ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਇੰਚਾਰਜ ਜਰਨੈਲ ਸਿੰਘ ਅਤੇ ਆਪ ਵਿਧਾਇਕ ਮੀਤ ਹੇਰ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਚੀਮਾ ਨੇ ਬੋਲਦਿਆਂ ਕਿਹਾ ਕਿ ਆਰਡੀਐਫ ਫੰਡ ਦੀ ਗਲਤ ਵਰਤੋਂ ਹੋ ਰਹੀ ਹੈ, ਉਸ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ 4500 ਕਰੋੜ ਰੁਪਏ ਕਿਸਾਨ ਕਰਜ਼ਾ ਮੁਆਫੀ ਲਈ ਅਤੇ 1750 ਕਰੋੜ ਰੁਪਏ ਪਿੰਡੂ ਖੇਤਰ ਦੇ ਵਿਕਾਸ ਲਈ ਆਇਆ ਹੈ, ਪਰ ਪੰਜਾਬ ਸਰਕਾਰ ਵੱਲੋਂ ਇਸ ਦੀ ਗਲਤ ਵਰਤੋਂ ਕੀਤੀ ਗਈ ਹੈ। ਹਰਚੰਦ ਸਿੰਘ ਬਰਸੜ जी साडे जनरल सैकटरी आम आदमी पार्टी पंजाब, सरदार जरनैल सिंह जी MLA तिलकनगर पंजाब के इंचार्ज ने आम आदमी पार्टी के मामलों के, मीत हेर जी MLA बरनाला। अज असी एक बड़ा अहम विषय है पंजाब का कि जिहड़ा RDF आ, जिहड़ा RDF फंड आ, रूरल डिवेलपमेंट फंड आ, जिहड़ा पेंडू विकास फंड आ, उहदी मिसयूज पंजाब सरकार ने बादल वेले, बादल साहब वेले और हुण कैप्टन साहब वेले किवें उहदी मिसयूज हो रही है और किस तरह जिहड़ा हैगा ਇਹ एक केंद्र सरकार नूं जिहड़ा हैगा दे रहे ने कि तुसीं साडी ਇਹ रोको, क्योंकि 4500 करोड़ रुपया 4500 करोड़ रुपये का लोन पंजाब सरकार ने लिया सीगा कि फार्मर डेब्ट रिलीफ स्कीम दे लई कि किसानां दा असीं करजा माफ़ करना गा, ਉਹਦੇ 4500 करोड़ रुपया लिया सीगा। इस तो बिना एक स्मार्ट विलेज स्कीम ਪਿੰਡਾਂ ਨੂੰ ਜਿਹੜਾ ਹੈਗਾ ਪਿੰਡਾਂ ਦਾ ਸੁੰਦਰੀਕਰਨ ਕਰਨਾ ਸੀਗਾ, ਉਹਦੇ ਲਈ ਲੋਨ ਲਿਆ ਸੀਗਾ। ਉਸ ਲੋਨ ਦੇ ਵਿੱਚ ਜਿੰਨੀ ਇਹ ਪੇਮੈਂਟ ਆਉਂਦੀ ਆ ਲਗਭਗ 1750 ਕਰੋੜ ਰੁਪਈਆ, 1000 ਕਰੋੜ ਰੁਪਈਆ ਜਿਹੜਾ ਹੈਗਾ ਜੀਰੀ ਦਾ ਆਉਂਦਾਗਾ, ਝੋਨੇ ਦਾ ਆਉਂਦਾਗਾ ਔਰ 750 ਕਰੋੜ ਰੁਪਈਆ ਜਿਹੜਾ ਹੈਗਾ ਉਹ ਕਣਕ ਦਾ ਆਉਂਦਾਗਾ। ਇਹ 1750 ਕਰੋੜ ਰੁਪਈਆ ਸਾਲਾਨਾ ਜਿਹੜਾ ਫੰਡ ਆਉਂਦਾਗਾ ਇਹ ਸਿਰਫ ਤੇ ਸਿਰਫ ਪੇਂਡੂ ਖੇਤਰ 'ਚ ਖਰਚ ਹੋਣਾ ਹੁੰਦਾ। ਇਹ ਸਿਰਫ ਜਿਹੜਾ ਹੈਗਾ ਪਿੰਡਾਂ ਦੀਆਂ ਸੜਕਾਂ, ਪਿੰਡਾਂ ਦੀਆਂ ਮੰਡੀਆਂ, ਪਿੰਡਾਂ ਦੀ ਡਿਵੈਲਪਮੈਂਟ, ਜਿਹੜੀਆਂ ਛੋਟੀਆਂ ਛੋਟੀਆਂ ਮੰਡੀਆਂ ਕਿਵੇਂ ਡਿਵੈਲਪ ਕਰ ਰਹੀਆਂ ਨੇ, ਕਿਵੇਂ ਕਿਸਾਨ ਦਾ ਜਿਹੜਾ ਜਿੱਥੇ ਫਸਲ ਵੇਚਦਾ ਕਿਸਾਨ ਆ ਕੇ ਉਹ ਇਨਫਰਾਸਟ੍ਰਕਚਰ ਨੂੰ ਕਿਵੇਂ ਜਿਹੜਾ ਮਜ਼ਬੂਤ ਕਰਨਾਗਾ, ਉਹਦੇ ਲਈ ਫੰਡ ਯੂਜ਼ ਹੁੰਦਾ। ਪਰ ਲੇਕਿਨ ਪੰਜਾਬ ਦੀ ਪੁਰਾਣੀ ਸਰਕਾਰ, ਬਾਦਲ ਸਾਹਿਬ ਦੀ ਸਰਕਾਰ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਨੇ ਸਾਰਾ ਪੈਸਾ ਜਿਹੜਾ ਹੈਗਾ ਇਹ ਮਿਸਯੂਜ਼ ਕੀਤਾਗਾ ਦੋਨਾਂ ਸਰਕਾਰਾਂ ਨੇ ਔਰ 4500 ਕਰੋੜ ਰੁਪਏ ਦਾ ਵਿਆਜ ਦੇਣ ਦੇ ਵਿੱਚ ਜਿਹੜਾ ਇਹਨੇ ਮਿਸਯੂਜ਼ ਕੀਤਾਗਾ। ਤਾਂ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਬੰਦ ਕੀਤਾਗਾ। ਕੇਂਦਰ ਸਰਕਾਰ ਦੀ ਜਿਹੜੀ ਫਸਟ ਜਿਹੜੀ ਸਕੀਮ ਆ, ਜਿਹੜੇ 3 ਬਿੱਲ ਪਾਸ ਹੋਏ ਨੇ ਉਹਨੂੰ ਲਾਗੂ ਕਰਨ ਦੀ ਪਹਿਲੀ ਸਕੀਮ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਆ ਜਿਹੜਾ ਲੈਟਰ ਹੈਗਾ, ਲੈਟਰ ਡੇਟਡ 23/10 ਦਾ ਲੈਟਰ ਜਿਹੜਾ ਹੈਗਾ 2020 ਦਾ ਲੈਟਰ ਜਿਹੜਾ ਇਹਦੇ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਕਿ ਆ ਇਹਦੀ ਕਲੌਜ ਹੈ, ਆ ਕਲੌਜ ਆ ਇਹਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਕਿ 3% ਸੀਗਾ MSP ਤੇ 3% MSP ਤੇ ਸੀਗਾ, ਉਹ ਟੋਟਲ ਜਿਹੜਾ ਹੈਗਾ ਉਹਦਾ ਖਾਨਾ ਖਾਲੀ ਛੱਡਤਾ, ਖਤਮ ਹੋ ਗਿਆ। ਯਾਨੀ ਕਿ ਗਵਰਨਮੈਂਟ ਆਫ ਇੰਡੀਆ ਨੇ ਬਿਲਕੁਲ ਇਹਨੂੰ ਬੰਦ ਕਰਤਾ। ਸੋ ਇਹਦੇ ਨਾਲ ਕੀ ਹੋਣਾਗਾ, ਸੋ ਇਹਦਾ ਕਾਰਨ ਕੀ ਦੱਸਿਆ ਗਿਆ, ਕਾਰਨ ਪਿੱਛੇ ਦੱਸਿਆ ਗਿਆ ਬੜਾ ਸਪਸ਼ਟ ਲਿਖਿਆ, ਮੈਟਰ ਰਿਲੇਟਡ ਟੂ डिडक्शन from MSC made by the state and the utilization of RD fees for the purpose of development of procurement center is under scrutiny। अंडर स्क्रूटनी आ क्यों आगा, क्योंकि पंजाब सरकार ने पहला बादल सरकार ने उस तो बाद जिहड़ा हैगा कैप्टन साहब की सरकार ने लगातार मिसयूज किया गया। सो ये शुरुआत आ जिहड़े 3 बिल पास होए नेगे, जिहड़े 3 काले कानून पास होए ने केंद्र सरकार ने, ਉਹਨਾਂ ਦੀ ਸ਼ੁਰੂਆਤ ਹੋਈ ਆ ਗਿਆ। ਲੈਟਰ ਜਿਹੜਾ ਹੈਗਾ ਇਹ ਦੱਸਦਾਗਾ ਕਿ ਕਿਸ ਤਰ੍ਹਾਂ ਉਹ ਫੰਡ ਰੋਕਿਆ ਗਿਆ ਗਾ। ਉਹ ਫੰਡ ਰੋਕਣ ਦਾ ਕਾਰਨ ਕੀ ਆ ਕਿ ਕਾਨੂੰਨ ਦੀ ਉਹ ਜਿਹੜਾ ਕਾਨੂੰਨ ਸੈਂਟਰ ਦਾ ਕਾਨੂੰਨ ਹੈਗਾ ਉਹ ਕਾਨੂੰਨ ਦੀਆਂ ਸ਼ਰਤਾਂ ਨੇਗੀਆਂ, ਉਹ ਕਾਨੂੰਨ ਦੇ ਵਿੱਚ ਲਿਖਿਆ ਗਾ। ਸੋ ਪਹਿਲੀ ਜਿਹੜੀ ਆ 3% ਉਡਾ ਦਿੱਤੀ ਗਈ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾਗਾ, ਅਗਲੀ ਵਾਰ ਆੜਤੀਆਂ ਦੀ ਉਡਾ ਦੇਣਗੇ, ਉਸ ਤੋਂ ਬਾਅਦ ਜਿਹੜਾ ਹੈਗਾ ਮਾਰਕੀਟ ਫੀਸ ਉਡਾ ਦੇਣਗੇ। ਲਗਾਤਾਰ ਜਿਹੜਾ ਹੈਗਾ ਆ ਪਹਿਲਾ ਲੈਟਰ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਦਾ ਔਰ ਇਹਦੇ ਵਿੱਚ ਮੈਂ ਸਮਝ ਤਾਂ ਹੋ ਰਿਹਾ ਕਿਉਂਕਿ ਪੰਜਾਬ ਸਰਕਾਰ, ਚਾਹੇ ਬਾਦਲ ਸਾਹਿਬ ਦੀ ਸਰਕਾਰ ਆ ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਦੋਨਾਂ ਸਰਕਾਰਾਂ ਨੇ ਇਸ ਪੈਸੇ ਦਾ ਮਿਸਯੂਜ਼ ਕਰਕੇ ਜਿਹੜਾ ਹੈਗਾ ਕੇਂਦਰ ਨੂੰ ਰਾਹ ਪੱਧਰਾ ਕੀਤਾ ਗਿਆ ਕਿ ਤੁਸੀਂ ਸਾਡਾ ਫੰਡ ਰੋਕ ਲਓ। ਸੋ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਪੂਰਾ ਜਿਹੜਾ ਹੈਗਾ ਇਸ ਸਮੇਂ ਧਰਨਿਆਂ ਦਾ ਪ੍ਰਦੇਸ਼ ਬਣਿਆ ਹੈ। ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਪ੍ਰੋਟੈਸਟ ਹੋ ਰਹੇ ਨੇਗੇ ਔਰ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਫਾਰਮਰ ਦੀ, ਪੰਜਾਬ ਦੇ ਲੋਕਾਂ ਦੀ ਬਾਂਹ ਮਰੋੜ ਰਹੀ ਆ, ਪੰਜਾਬ ਦੇ ਲੋਕਾਂ ਦੀ ਬਾਂਹ ਮਰੋੜ ਰਹੀ ਆ ਔਰ ਜਿਹੜਾ ਫੰਡ ਆ ਇਹਨੂੰ ਬੰਦ ਕੀਤਾ ਜਾ ਰਿਹਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਪੰਜਾਬ ਸਰਕਾਰ, ਕੈਪਟਨ ਸਾਹਿਬ ਦੀ ਸਰਕਾਰ ਜਿੱਥੇ ਫੰਡ ਯੂਜ਼ ਹੋਏ ਨੇ ਹੁਣ ਤੱਕ, ਕਿੱਥੇ ਯੂਜ਼ ਹੋਏ ਨੇਗੇ ਪੈਸੇ, ਉਹਦਾ ਇੱਕ ਵਾਈਟ ਪੇਪਰ ਜਾਰੀ ਕਰੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਾਰਕੀਟ ਜਿਹੜਾ ਪੈਸਾ ਪਿੰਡਾਂ ਲਈ ਆਉਂਦਾਗਾ, ਜਿਹੜਾ ਮੈਂ ਸਮਝਦਾ ਰੂਰਲ ਡਿਵੈਲਪਮੈਂਟ ਲਈ ਆਉਂਦਾਗਾ, ਉਹ ਪੈਸੇ ਦਾ ਮਿਸਯੂਜ਼ ਕਿੱਥੇ ਹੋਇਆਗਾ, ਕਿਹਨੇ ਉਹ ਪੈਸਾ ਖਾਦਾਗਾ। ਕਿਉਂਕਿ ਬਾਦਲ ਸਾਹਿਬ ਨੇ ਜੋ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ, ਤੁਹਾਨੂੰ ਸਾਰਿਆਂ ਨੂੰ ਪਤਾ ਗਾ ਕਿ ਸੰਗਤ ਦਰਸ਼ਨ ਦੇ ਵਿੱਚ ਇਹ ਸਾਰਾ ਪੈਸਾ ਜਿਹੜਾ ਹੈਗਾ
ਇੱਧਰ ਉੱਧਰ ਜਿਹੜਾ ਹੈਗਾ ਵੰਡ ਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ, ਆਪਣੀ ਪਾਰਟੀ ਦੇ ਬੰਦਿਆਂ ਨੂੰ ਖੁਸ਼ ਕਰਨ ਦੇ ਲਈ ਜਿਹੜਾ ਹੈਗਾ ਇਹ ਪੈਸਾ ਬਰਬਾਦ ਕੀਤਾ ਗਿਆ। ਔਰ ਪੰਜਾਬ ਦਾ ਇਹ ਪੈਸਾ ਕਿਹਦੇ ਲਈ ਆਉਣਾ ਸੀਗਾ? ਪੰਜਾਬ ਦੇ ਕਿਸਾਨਾਂ ਲਈ ਆਉਂਦਾਗਾ, ਪੰਜਾਬ ਦੇ ਫਾਰਮਰ ਲਈ ਆਉਂਦਾਗਾ, ਪੰਜਾਬ ਦੇ ਖੇਤ ਮਜ਼ਦੂਰਾਂ ਲਈ ਆਉਂਦਾਗਾ, ਪੰਜਾਬ ਦੀਆਂ ਮੰਡੀਆਂ ਲਈ ਆਉਂਦਾਗਾ, ਪੰਜਾਬ ਦੀਆਂ ਸੜਕਾਂ ਲਈ ਆਉਂਦਾਗਾ। ਸੋ ਜਿਹੜੀਆਂ ਪਿੰਡੂ ਸੜਕਾਂ ਨੇਗੀਆਂ ਸੋ ਉਹਨਾਂ ਨੂੰ ਬਰਬਾਦ ਕੀਤਾ ਗਿਆ। ਔਰ ਉਸੇ ਤਰ੍ਹਾਂ ਹੁਣ ਕੈਪਟਨ ਸਾਹਿਬ ਕਰ ਰਹੇ ਨੇਗੇ। ਔਰ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਹੈ ਇਹਦੀ ਆੜ ਦੇ ਵਿੱਚ ਜਿਹੜਾ ਆਪਣਾ ਰੂਲ ਹੈਗਾ, ਆਪਣਾ ਕਾਨੂੰਨ ਜਿਹੜਾ ਉਹਨਾਂ ਨੇ ਬਣਾਇਆਗਾ ਉਹ ਲਾਗੂ ਕਰ ਰਹੀ ਆ। ਸਾਡੀ ਮੰਗ ਆ ਕਿ ਪੰਜਾਬ ਸਰਕਾਰ ਜਿਹੜੀ ਆ ਤੁਰੰਤ ਵਾਈਟ ਪੇਪਰ ਜਾਰੀ ਕਰੇ ਇਹ ਸਾਰੇ ਮਾਮਲੇ ਉੱਤੇ, ਜਿਹੜਾ ਫੰਡ ਆ ਕਿੱਥੇ ਕਿੱਥੇ ਮਿਸਯੂਜ਼ ਹੋਇਆ। ਔਰ ਨਾਲ ਦੀ ਨਾਲ ਜਿਹੜਾ ਸੈਂਟਰ ਸਰਕਾਰ ਹੈਗੀ, ਕੇਂਦਰ ਦੀ ਸਰਕਾਰ ਆ, ਬਿਲਕੁਲ ਇਹਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ। ਆਮ ਆਦਮੀ ਪਾਰਟੀ ਮੰਗ ਕਰਦੇ ਜਾਂਚ ਹੋਣੀ ਚਾਹੀਦੀ ਆ, ਕਿੱਥੇ ਮਿਸਯੂਜ਼ ਹੋਇਆ ਪੈਸਾ, ਕਿਹਨੇ ਖਾਦਾਗਾ। ਸੋ ਉਹਨਾਂ ਦੇ ਖਿਲਾਫ, ਉਹਨਾਂ ਲੋਕਾਂ ਦੇ ਖਿਲਾਫ ਜਿਹੜਾ ਹੈਗਾ, ਚਾਹੇ ਉਹ ਪੰਜਾਬ ਦਾ ਕੋਈ ਸਾਬਕਾ ਮੁੱਖ ਮੰਤਰੀ ਆ, ਚਾਹੇ ਹੁਣ ਕੈਪਟਨ ਸਾਹਿਬ ਨੇ, ਜਿੱਥੇ ਮਿਸਯੂਜ਼ ਹੋਇਆ ਪੈਸਾ, ਜਿੱਥੇ ਜਿਹੜੇ ਫੰਡ ਡਾਇਵਰਟ ਹੋਏ ਨੇਗੇ, ਕਿਸੇ ਹੋਰ ਪਾਸੇ ਲੱਗੇ ਨੇਗੇ, ਸੋ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ। ਕਿਉਂਕਿ ਇਹ ਪੰਜਾਬ ਦਾ ਪੈਸਾ ਗਾ, ਪੰਜਾਬ ਦੇ ਲੋਕਾਂ ਦਾ ਪੈਸਾ ਗਾ, ਪੰਜਾਬ ਦੇ ਕਿਸਾਨਾਂ ਦਾ ਪੈਸਾ ਗਾ। ਇਹ ਪੈਸੇ ਨੂੰ ਜਿਹੜਾ ਹੈਗਾ ਰੋਕਿਆ ਨਹੀਂ ਜਾਣਾ ਚਾਹੀਦਾ, ਪੈਸਾ ਜਿਹੜਾ ਤੁਰੰਤ ਜਾਰੀ ਹੋਣਾ ਚਾਹੀਦਾ। ਪਰ ਲੇਕਿਨ ਜਿਨ੍ਹਾਂ ਲੋਕਾਂ ਨੇ ਇਹ ਪੈਸਾ ਮਿਸਯੂਜ਼ ਕੀਤਾਗਾ, ਖਾਦਾਗਾ, ਬਰਬਾਦ ਕੀਤਾਗਾ, ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ। ਔਰ ਪੰਜਾਬ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਚਾਹੀਦਾ ਕਿ ਜਿੱਥੇ ਪੈਸਾ ਖਰਚਿਆ ਹੁਣ ਤੱਕ, ਜਿੱਥੇ ਡਾਇਵਰਟ ਕੀਤਾਗਾ ਜਾਂ ਮਿਸਯੂਜ਼ ਜਿੱਥੇ ਵੀ ਹੋਇਆ, ਉਹਦਾ ਇੱਕ ਵਾਈਟ ਪੇਪਰ ਜ਼ਰੂਰ ਜਾਰੀ ਹੋਣਾ ਚਾਹੀਦਾਗਾ। ਸੋ ਆਹ ਲੈਟਰ ਜਿਹੜਾ ਹੈਗਾ, ਮੈਂ ਇੱਕ ਵਾਰ ਫੇਰ ਦਿਖਾ ਰਿਹਾ ਤੁਹਾਨੂੰ, ਇਹ ਲੈਟਰ ਜਿਹੜਾ ਹੈਗਾ ਇਸ ਗੱਲ ਦੀ ਗਵਾਹੀ ਭਰਦਾ ਕਿ ਕੇਂਦਰ ਦੀ ਸਰਕਾਰ ਨੇ, ਬੀਜੇਪੀ ਸਰਕਾਰ ਨੇ, ਜਿਹੜਾ ਮੋਦੀ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕਾਲਾ ਕਾਨੂੰਨ ਲਾਗੂ ਕਰਨ ਦੀ ਜਿਹੜੀ ਸ਼ੁਰੂਆਤ ਆ ਉਹ ਇੱਥੋਂ ਕਰ ਦਿੱਤੀ ਆ। ਇਹਦਾ ਜਿਹੜਾ ਸਪਸ਼ਟ ਆ ਲੈਟਰ ਦਾ ਕਰਦਾਗਾ। ਇਹ ਅਮਾਉਂਟ ਜਿਹੜੀ ਹੈਗੀ ਜੀ ਝੋਨੇ ਦੀ ਫਸਲ ਤੇ ਲਗਭਗ 1000 ਬਣਦਾਗਾ, 1000 ਕਰੋੜ ਬਣਦਾਗਾ। ਔਰ ਕਣਕ ਤੇ ਲਗਭਗ 750 ਕਰੋੜ ਬਣਦਾਗਾ। 1750 ਕਰੋੜ ਰੁਪਈਆ ਜਿਹੜਾ ਹੈਗਾ ਉਹ ਸਾਲਾਨਾ ਜਿਹੜਾ ਹੈਗਾ ਪੰਜਾਬ ਨੂੰ ਆਉਣਾ ਹੁੰਦਾਗਾ। ਉਹਦੇ ਤੇ ਰੋਕ ਲਾਈ ਹੈ ਸੈਂਟਰ ਸਰਕਾਰ ਨੇ। ਜੋ ਪਹਿਲਾ ਹਮਲਾ ਜਿਹੜਾ ਹੈਗਾ ਪੰਜਾਬ ਤੇ, ਮੈਂ ਸਮਝਦਾ ਕਾਲੇ ਕਾਨੂੰਨ ਦਾ ਕੇਂਦਰ ਸਰਕਾਰ ਨੇ ਥੋਪਿਆ। ਘੁਟਾਲਾ ਤੇ ਜਾਂਚ ਹੋਊਗੀ। ਘੁਟਾਲਾ ਲਗਭਗ ਮੈਂ ਸਮਝਦਾ ਇਹਦੇ ਵਿੱਚ 4500 ਕਰੋੜ ਰੁਪਇਆ ਲੋਨ ਆ, 4500 ਕਰੋੜ ਰੁਪਇਆ ਲੋਨ ਲਿਆ ਸੀਗਾ। ਉਹਦੀ ਲੋਨ ਦੀ ਜਿਹੜੀ ਕਿਸ਼ਤ ਆ ਗਈ, ਲੋਨ ਦੀ ਜਿਹੜਾ ਵਿਆਜ ਆ, ਵਿਆਜ ਦੀ ਕਿਸ਼ਤ ਜਿਹੜੀ ਇੱਥੋਂ ਮੋੜੀ ਜਾ ਰਹੀ ਆ। ਲਾਉਣਾ ਪੈਸਾ ਡਿਵੈਲਪਮੈਂਟ ਤੇ ਸੀਗਾ ਪੰਜਾਬ ਦੀ, ਤੇ ਪੰਜਾਬ ਦੇ ਕਿਸਾਨਾਂ ਦੀ ਡਿਵੈਲਪਮੈਂਟ ਤੇ ਲਾਉਣਾ ਸੀਗਾ, ਪੰਜਾਬ ਦੀਆਂ ਮੰਡੀਆਂ ਡਿਵੈਲਪਮੈਂਟ ਤੇ ਲਾਉਣਾ ਸੀਗਾ। ਪਰ ਕੀਤਾ ਕੀ ਜਾ ਰਿਹਾ, ਜਿਹੜਾ ਲੋਨ ਲਿਆ ਸੀਗਾ ਉਸ ਲੋਨ ਦਾ ਜਿਹੜਾ ਵਿਆਜ ਆ, ਉਹ ਵਿਆਜ ਦੇਣ ਲਈ ਇਸ ਜਿਹੜਾ ਪੈਸੇ ਦੀ ਮਿਸਯੂਜ਼ ਵਰਤੋਂ ਹੋ ਰਹੀ ਹੈ। ਨਹੀਂ, ਪੈਸਾ ਰੋਕਣਾ ਜਸਟੀਫਾਈ ਨਹੀਂ ਹੈਗਾ। ਪੈਸਾ ਪੰਜਾਬ ਨੂੰ ਮਿਲਣਾ ਚਾਹੀਦਾਗਾ। ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਗਾ, ਪੰਜਾਬ ਦੇ ਕਿਸਾਨਾਂ ਦਾ ਪੈਸਾ ਗਾ। ਮੈਂ ਕਹਿੰਦਾ ਪੈਸਾ ਨਹੀਂ ਰੋਕਣਾ ਚਾਹੀਦਾ, ਇਨਕੁਆਇਰੀ ਹੋਣੀ ਚਾਹੀਦੀ ਆ। ਮੈਂ ਕਹਿੰਦਾ FIR ਵੀ ਹੋਣੀ ਚਾਹੀਦੀ ਆ, ਜਾਂਚ ਹੋਣੀ ਚਾਹੀਦੀ ਆ। ਪਰ ਲੇਕਿਨ ਜਿਨ੍ਹਾਂ ਨੇ ਮਿਸਯੂਜ਼ ਕੀਤੇ, ਨਹੀਂ ਜਿਨ੍ਹਾਂ ਨੇ ਮਿਸਯੂਜ਼ ਕੀਤਾਗਾ, ਇੱਕ ਮਿੰਟ ਪਲੀਜ਼, ਜਿਨ੍ਹਾਂ ਨੇ ਮਿਸਯੂਜ਼ ਕੀਤਾਗਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਪੰਜਾਬ ਦੇ ਲੋਕ ਕਿਉਂ ਸਫਰ ਕਰਨ? ਪੰਜਾਬ ਦੇ ਲੋਕਾਂ ਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਆ? ਉਹਨਾਂ ਲੋਕਾਂ ਨੂੰ ਸਜ਼ਾ ਹੋਵੇ ਜਿਨ੍ਹਾਂ ਨੇ ਮਿਸਯੂਜ਼ ਕੀਤਾਗਾ, ਜਿਨ੍ਹਾਂ ਨੇ ਪੈਸੇ ਡਾਇਵਰਟ ਕੀਤੇ ਨੇਗੇ, ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ, ਨਾ ਕਿ ਪੰਜਾਬ ਦੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ। ਦੇਖੋ, ਇਹ ਜਿਹੜਾ ਟਾਈਮਿੰਗ ਤੁਸੀਂ ਪੁੱਛੀ ਆ, ਟਾਈਮਿੰਗ ਬਿਲਕੁਲ ਤੁਹਾਡੀ ਗੱਲ ਠੀਕ ਆ। ਟਾਈਮਿੰਗ ਜਦੋਂ ਕਾਲੇ ਕਾਨੂੰਨ ਲਾਗੂ ਕਰਨ ਦੀ ਜਿਹੜੀ ਸ਼ੁਰੂਆਤ ਆ ਗਈ ਸਰਕਾਰ ਨੇ, ਇਹ ਜਿਹੜੀ ਪੰਜਾਬ ਸਰਕਾਰ ਦੀ ਕਮਜ਼ੋਰੀ ਆ, ਜਿਹੜੀ ਕੈਪਟਨ ਸਾਹਿਬ ਦੀ ਕਮਜ਼ੋਰੀ ਆ, ਜਿਹੜੀ ਬਾਦਲ ਸਾਹਿਬ ਦੀ ਕਮਜ਼ੋਰੀ ਆ, ਉਹ ਫੜ ਕੇ ਜਿਹੜਾ ਹੈਗਾ ਉਹਨੂੰ ਫੜ ਕੇ ਆਪਦਾ ਕਾਨੂੰਨ ਲਾਗੂ ਕਰਨ ਦੀ ਜਿਹੜੀ ਆ ਸ਼ੁਰੂਆਤ ਕੀਤੀ ਆ। ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕਮਜ਼ੋਰੀ ਆ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸੇ ਵੀ ਸਿਚੁਏਸ਼ਨ ਨੂੰ, ਕਿਸੇ ਵੀ ਸਥਿਤੀ ਨੂੰ ਜਿਹੜਾ ਹੈਗਾ ਉਹ ਅੱਛੀ ਤਰੀਕੇ ਨਾਲ ਟੈਕਲ ਨਹੀਂ ਕਰ ਰਹੇ। ਬੜੇ ਕਮਜ਼ੋਰ ਮੁੱਖ ਮੰਤਰੀ ਨੇ ਪੰਜਾਬ ਦੇ। ਕਿਸੇ ਵੀ ਮਾਮਲੇ ਨੂੰ ਸੈਂਟਰ ਦੇ ਨਾਲ ਨਾ ਟੇਕ ਅਪ ਕਰਦੇ ਨੇ, ਨਾ ਹੀ ਕੋਈ ਘਪੜੇ ਤੇ ਰੋਕ ਪਾਉਂਦੇ ਨੇ, ਨਾ ਹੀ ਜਿਹੜਾ ਫੰਡ ਜਿਹੜਾ ਆ ਰਿਹਾ ਇਹਦੀ ਮਿਸਯੂਜ਼ ਰੋਕ ਰਹੇ ਨੇ। ਸੋ ਇਸੇ ਗੱਲ ਕਰਕੇ ਜਿਹੜੀ ਮਾੜੀ ਕੜੀ ਆ, ਜਿਹੜੀ ਪੰਜਾਬ ਸਰਕਾਰ ਦੀ ਮਾੜੀ ਕੜੀ ਆ, ਕੇਂਦਰ ਸਰਕਾਰ ਨੇ ਉਹ ਫੜ ਕੇ ਜਿਹੜਾ ਹੈਗਾ ਆਪਣਾ ਕਾਨੂੰਨ ਥੋਪਿਆਗਾ। ਮੈਂ ਉਹੀ ਕਹਿ ਰਿਹਾਗਾ ਸ਼ਿਬਰ ਸਾਹਿਬ, ਮੈਂ ਉਹੀ ਕਹਿ ਰਿਹਾ ਕਿ ਨਵੇਂ ਕਾਨੂੰਨ ਲਾਗੂ ਕਰਨ ਦੇ ਲਈ ਕੇਂਦਰ ਸਰਕਾਰ ਨੇ ਜਿਹੜੀ ਮਾੜੀ ਕੜੀ ਆ ਪੰਜਾਬ ਸਰਕਾਰ ਦੀ ਉਹ ਫੜ ਲਈ। ਜਦ ਕਿ ਜਾਂਚ ਕਿਹਦੀ ਹੋਣੀ ਚਾਹੀਦੀ ਹੈਗੀ? ਸਕਾਲਰਸ਼ਿਪ ਦੀ ਹੋਣੀ ਚਾਹੀਦੀ ਆ। ਜਾਂਚ ਜਿਹੜੀ ਹੈਗੀ ਆ ਸ਼ਰਾਬ ਮਾਫੀਆ ਦੀ ਹੋਣੀ ਚਾਹੀਦੀ ਹੈ। ਜਾਂਚ ਲਈ ਹੋਰ ਬਹੁਤ ਸਾਰੇ ਵਿਸ਼ੇ ਨੇਗੇ। ਇਹ ਸਮਝਦਾ ਇਹ ਪਹਿਲਾ ਹਮਲਾ ਨਹੀਂ, ਇਹ ਬਹੁਤ ਵੱਡਾ ਜਿਹੜਾ ਹਮਲਾ ਗਾ ਕਿ ਕੇਂਦਰ ਸਰਕਾਰ ਨੇ ਸੰਘੀ ਢਾਂਚੇ ਤੇ ਵੀ ਕੀਤਾਗਾ। ਸਾਡੇ ਸੰਘੀ ਢਾਂਚੇ ਤੇ ਬਹੁਤ ਵੱਡਾ ਹਮਲਾ ਕੀਤਾਗਾ, ਪੰਜਾਬ ਰਾਜ ਤੇ ਹਮਲਾ ਕੀਤਾਗਾ, ਕਿਉਂਕਿ ਪੰਜਾਬ ਸਟੇਟ ਦਾ ਫੰਡ ਆ। ਇਹ ਪੰਜਾਬ ਸਟੇਟ ਦਾ ਫੰਡ ਆ। ਸਟੇਟ ਤੇ ਹਮਲਾ ਕੀਤਾ ਕੇਂਦਰ ਸਰਕਾਰ ਨੇ। ਇਹਨਾਂ ਬਿੱਲਾਂ ਦੀ ਆੜ ਦੇ ਵਿੱਚ ਜਿਹੜਾ ਸੰਘੀ ਢਾਂਚਾ ਗਾ ਉਹਨੂੰ ਤੋੜਨ ਦਾ ਯਤਨ, ਉਹਨੂੰ ਤਹਿਸ-ਨਹਿਸ ਕਰਨ ਦਾ ਯਤਨ ਜਿਹੜਾ ਹੈਗਾ ਕੇਂਦਰ ਸਰਕਾਰ ਕਰ ਰਹੀ ਆ। ਸੋ ਇਹ ਲੈਟਰ ਜਿਹੜਾ ਹੈਗਾ ਉਹਦਾ ਪ੍ਰਮਾਣ ਆ। ਦੇਖੋ, ਮੈਂ ਕਹਿੰਦਾ, ਮੈਂ ਤੁਹਾਡੇ ਉਸੇ ਜਵਾਬ, ਮੇਰੀ ਗੱਲ ਸੁਣੋ, ਜਿਹੜਾ ਫੰਡ ਆਉਂਦਾਗਾ, ਜੇਕਰ ਜਿਹੜਾ ਵਿਅਕਤੀ ਲਾਗੂ ਕਰਨ ਵਾਲਾ ਵਿਅਕਤੀ ਆ, ਪੰਜਾਬ ਦਾ ਮੁੱਖ ਮੰਤਰੀ ਆ ਜਾਂ ਪੰਜਾਬ ਦਾ ਕੋਈ ਹੋਰ ਮਿਨਿਸਟਰ ਆ, ਜੇਕਰ ਉਹ ਦੋਸ਼ੀ ਆ ਤਾਂ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਤੇ ਕਿਉਂ ਕਾਰਵਾਈ ਕਰ ਰਹੇ ਨੇ? ਇਹ ਪੰਜਾਬ ਦੇ ਲੋਕਾਂ ਦਾ ਪੈਸਾ ਗਾ, ਸਟੇਟ ਦਾ ਪੈਸਾ ਗਾ। ਸਟੇਟ ਦਾ ਪੈਸਾ ਨਹੀਂ ਰੁਕਣਾ ਚਾਹੀਦਾ। ਜਿਹੜੇ ਵਿਅਕਤੀਆਂ ਨੇ ਮਿਸਯੂਜ਼ ਕੀਤਾਗਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਚਾਹੇ ਸੁਖਬੀਰ ਸਿੰਘ ਬਾਦਲ ਨੇਗੇ, ਚਾਹੇ ਅਮਰਿੰਦਰ ਸਿੰਘ ਨੇ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਸੈਂਟਰ ਸਰਕਾਰ ਇਹਨਾਂ ਦੇ ਖਿਲਾਫ ਕਾਰਵਾਈ ਕਰੇ। ਪੰਜਾਬ ਦੇ ਲੋਕਾਂ ਦਾ ਪੈਸਾ ਕਿਉਂ ਰੋਕਿਆ ਜਾ ਰਿਹਾ ਹੈਗਾ?
ਦੇਖੋ ਹੁਣ ਤੱਕ ਤਾਂ ਇਹੀ ਨਿਕਲ ਕੇ ਆ ਗਿਆ ਜਿਹੜਾ ਵਿਆਜ ਆ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀਗਾ ਉਹਦੇ ਲਈ 4500 ਕਰੋੜ ਰੁਪਇਆ ਲੋਨ ਲਿਆ ਸੀ ਪੰਜਾਬ ਸਰਕਾਰ ਨੇ। ਉਸ ਲੋਨ ਦਾ ਜਿਹੜਾ ਹੈਗਾ ਵਿਆਜ ਦੇਣ ਦੇ ਲਈ ਜਿਹੜਾ ਹੈਗਾ ਉਹਦੀ ਰਾਸ਼ੀ ਮੋੜਨ ਦੇ ਲਈ ਜਿਹੜਾ ਇਹਨੂੰ ਮਹਿਸੂਸ ਕੀਤਾ ਜਾ ਰਿਹਾ ਪੇਂਡੂ ਫੰਡ ਨੂੰ ਜਿਹੜਾ ਹੈਗਾ। ਦੇਖੋ ਮੈਂ ਉਹੀ ਕਹਿ ਰਿਹਾ ਹਾਂ ਕਿ ਕੇਂਦਰ ਸਰਕਾਰ ਜਿਹੜੀ ਆ ਆਪਣੇ ਕਾਲੇ ਕਾਨੂੰਨ ਲਾਗੂ ਕਰ ਰਹੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਆ ਲੈਟਰ ਜਿਹੜਾ ਹੈ ਉਹਦਾ ਪ੍ਰਮਾਣ ਹੈ, ਬਾਰ-ਬਾਰ ਇਹੀ ਕਹਿ ਰਿਹਾ। ਪਰ ਲੇਕਿਨ ਜਿਹੜਾ ਫੰਡ ਜਿਸ ਚੀਜ਼ ਲਈ ਰੱਖਿਆ ਜਾਂਦਾਗਾ ਉੱਥੇ ਕਿਉਂ ਨਹੀਂ ਵਰਤਿਆ ਜਾਂਦਾਗਾ? ਕਿਉਂ ਨਹੀਂ ਜਿਹੜੀਆਂ ਪੇਂਡੂ ਸੜਕਾਂ ਬਣਾਈਆਂ ਜਾਂਦੀਆਂ? ਕਿਉਂ ਨਹੀਂ ਪੇਂਡੂ ਡਿਸਪੈਂਸਰੀਆਂ ਬਣਾਈਆਂ ਜਾਂਦੀਆਂ? ਕਿਉਂ ਨਹੀਂ ਜਿਹੜਾ ਹੈਗਾ ਮੰਡੀਕਰਨ ਜਿਹੜਾ ਸੁੰਦਰੀਕਰਨ ਕੀਤਾ ਜਾਂਦਾ? ਪੰਜਾਬ ਦੀਆਂ ਮੰਡੀਆਂ ਦਾ ਕੀ ਹਾਲ ਆ, ਪਿੰਡਾਂ ਜਾ ਕੇ ਦੇਖ ਲਓ। ਉੱਥੇ ਪੈਸਾ ਵਰਤੋਂ ਹੋਣਾ ਕਿ ਨਾ ਕਿ ਜਿਹੜਾ ਹੈਗਾ ਕਿਸਾਨ ਦਾ ਕਰਜ਼ਾ ਇਹਦੇ ਨਾਲ ਮਾਫ ਹੋਣਾ। ਕਿਸਾਨ ਦਾ ਕਰਜ਼ਾ ਮਾਫ ਕਰਨ ਦੇ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ, ਕੈਪਟਨ ਸਾਹਿਬ ਨੇ 2017 ਦੇ ਜਿਹੜਾ ਆਪਦਾ ਚੋਣ ਮੈਨੀਫੈਸਟੋ ਸੀਗਾ, ਔਰ 4500 ਕਰੋੜ ਹੀ ਮਾਫ ਹੋਇਆਗਾ। ਸੋ ਉਹਦੇ ਲਈ ਪੰਜਾਬ ਸਰਕਾਰ ਨੂੰ ਹੋਰ ਯਤਨ ਕਰਨੇ ਚਾਹੀਦੇ ਨੇ, ਹੋਰ ਸਾਧਨ ਜੁਟਾਉਣੇ ਚਾਹੀਦੇ ਨੇ, ਨਾ ਕਿ ਜਿਹੜਾ ਫੰਡ ਜਿਸ ਚੀਜ਼ ਲਈ ਫੰਡ ਆ ਰਿਹਾ ਉਹਦੇ ਲਈ ਉੱਥੇ ਹੀ ਵਰਤੋਂ ਹੋਣੀ ਚਾਹੀਦੀ ਉਹਦੀ। ਬਿਲਕੁਲ ਦਿੱਲੀ ਵਿੱਚ ਅੱਜ ਇੱਕ ਗ੍ਰੀਨ ਐਪ ਲਾਂਚ ਕੀਤੀ ਗਈ ਹੈ, ਜਿਹਦੇ ਵਿੱਚ ਕਿਉਂਕਿ ਪੋਲੂਸ਼ਨ ਦੀ ਮਾਰ ਆਪਾਂ ਸਾਰੇ ਹੀ ਚੱਲ ਰਹੇ ਆ। ਦਿੱਲੀ, ਯੂਪੀ, ਹਰਿਆਣਾ, ਪੰਜਾਬ, ਜਿੰਨੇ ਵੀ ਆਲੇ ਦੁਆਲੇ ਦੇ ਸੂਬੇ ਨੇ, ਸਾਰੇ ਹੀ ਅੱਜ ਇਸ ਪੋਲੂਸ਼ਨ ਦੀ ਮਾਰ ਤੋਂ ਪਰੇਸ਼ਾਨ ਨੇ। ਤੇ ਕਿਸ ਤਰੀਕੇ ਪੋਲੂਸ਼ਨ ਤੇ ਰੋਕ ਲੱਗ ਸਕਦੀ ਹੈ, ਉਹਦੀ ਸ਼ੁਰੂਆਤ ਅੱਜ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ। ਅੱਜ ਗ੍ਰੀਨ ਐਪ ਲਾਂਚ ਕਰਕੇ ਤੇ ਉਹਦੇ ਵਿੱਚ ਬਹੁਤ ਸਿੰਪਲੀ ਤੁਸੀਂ ਜੇ ਕਿਤੇ ਵੀ ਪੋਲੂਸ਼ਨ ਹੁੰਦਾ ਵੇਖਦੇ ਹੋ ਤੇ ਨਾਰਮਲੀ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿਹਨੂੰ ਕੰਪਲੇਂਟ ਕਰਨੀ ਹੈ, ਕਿੱਦਾਂ ਕੰਪਲੇਂਟ ਕਰਨੀ ਹੈ। ਤੇ ਉਸ ਐਪ 'ਚ ਇਦਾਂ ਦੇ ਪ੍ਰੋਵੀਜ਼ਨ ਦਿੱਤੇ ਗਏ ਹੈ ਕਿ ਤੁਸੀਂ ਸਿੰਪਲੀ ਉੱਥੇ ਕੰਪਲੇਂਟ ਕਰ ਸਕਦੇ ਹੋ ਤੇ ਜੋ ਵੀ ਰਿਲੇਟਡ ਏਜੰਸੀਜ਼ ਹੈਗੀਆਂ ਨੇ, ਭਾਵੇਂ MCD ਹੈ, ਭਾਵੇਂ ਦਿੱਲੀ ਪੁਲਿਸ ਹੈ, ਭਾਵੇਂ ਦਿੱਲੀ ਸਰਕਾਰ ਦੇ ਮਹਿਕਮੇ ਨੇ, ਉਹ ਇਮੀਡੀਏਟ ਉਸ 'ਤੇ ਐਕਸ਼ਨ ਲੈਣਗੇ। ਤੇ ਜਿੱਥੇ ਤੱਕ RDF ਫੰਡ ਦੀ ਗੱਲ ਹੈ, ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜੋ ਕੇਂਦਰ ਸਰਕਾਰ ਵੱਲੋਂ RDF ਫੰਡ ਰੋਕਿਆ ਗਿਆ ਉਹਦੀ ਨਿਖੇਧੀ ਕਰਦੀ ਹੈ। ਇਸ ਮਾਹੌਲ 'ਚ ਜੋ ਸੂਬਿਆਂ ਦਾ ਪੈਸਾ ਹੈਗਾ ਉਹਨੂੰ ਨਹੀਂ ਰੋਕਿਆ ਜਾਣਾ ਚਾਹੀਦਾ ਸੀ। ਤੇ ਨਾਲ ਹੀ ਨਾਲ ਇਹ ਡਿਮਾਂਡ ਵੀ ਕਰਦੀ ਹੈ ਕਿ ਜੋ ਦੋਸ਼ੀ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ ਵਿੱਚ ਦੁਰਵਰਤੋਂ ਕੀਤੀ RDF ਫੰਡ ਦੀ, ਉਹਨਾਂ ਦੀ ਸਖਤ ਜਾਂਚ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਕੋਈ ਡਾਊਟ ਹੈ ਤੁਸੀਂ CAG ਤੋਂ ਜਾਂਚ ਕਰਾਓ, ਪਰ ਇਸ ਵੇਲੇ ਕੇਂਦਰ ਸਰਕਾਰ ਵੱਲੋਂ ਜੋ RDF ਦਾ ਪੈਸਾ ਰੋਕਿਆ ਗਿਆ ਉਹਦੀ ਆਪਾਂ ਖਿਲਾਫਤ ਕਰਦੇ ਹਾਂ। ਮੈਂ ਬਿਲਕੁਲ ਕਲੀਅਰ ਕਰ ਦਿੰਦਾ, ਪਰਾਲੀ ਸਾੜਨ ਨਾਲ ਜੋ ਧੂਆਂ ਫੈਲਦਾ ਉਹਦਾ ਸਾਰੇ ਪਾਸੇ ਹੀ ਨੁਕਸਾਨ ਹੁੰਦਾ। ਜੇ ਸਭ ਤੋਂ ਪਹਿਲਾਂ ਤੇ ਪੰਜਾਬ ਦੇ ਜੋ ਆਲੇ ਦੁਆਲੇ ਦੇ ਪਰਿਵਾਰ ਨੇ ਉਹਨਾਂ ਨੂੰ ਵੀ ਧੂਆਂ ਲੱਗਦਾ, ਇਹਦਾ ਸੋਲੂਸ਼ਨ ਕੱਢਣਾ ਚਾਹੀਦਾ ਸੀ। ਅੱਜ ਦਿੱਲੀ ਸਰਕਾਰ ਵੱਲੋਂ ਦਿੱਲੀ ਦੀ ਜੋ ਪਰਾਲੀ ਦੀ ਸਮੱਸਿਆ ਹੈਗੀ, ਉੱਥੇ ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਖੇਤਾਂ ਵਿੱਚ ਘੋਲ ਤਿਆਰ ਕਰਕੇ ਦਿੱਤਾ ਗਿਆ, ਪੂਸਾ ਇੰਸਟੀਚਿਊਟ ਵਿੱਚ ਘੋਲ ਤਿਆਰ ਕਰਕੇ ਦਿੱਤਾ। ਕੱਲ ਉਹਦੀ ਰਿਪੋਰਟ ਆਈ ਹੈ। ਕਿਸਾਨ ਧੰਨਵਾਦ ਕਰ ਰਹੇ ਨੇ ਦਿੱਲੀ ਵਿੱਚ ਦਿੱਲੀ ਸਰਕਾਰ ਦਾ ਕਿ ਸਰਕਾਰ ਵੱਲੋਂ ਇੱਕ ਇੱਦਾਂ ਦਾ ਪ੍ਰੋਵੀਜ਼ਨ ਦਿੱਤਾ ਗਿਆ, ਇੱਕ ਇੱਦਾਂ ਦਾ ਸਮਾਧਾਨ ਦਿੱਤਾ ਗਿਆ ਜਿਹਦੇ ਨਾਲ ਪਰਾਲੀ ਦੀ ਸਮੱਸਿਆ ਖਤਮ ਹੋ ਸਕੀ। ਹਾਲਾਂਕਿ ਦਿੱਲੀ ਵਿੱਚ ਬਹੁਤ ਥੋੜੇ ਜਿਹੇ ਏਰੀਏ ਵਿੱਚ ਖੇਤੀ ਹੁੰਦੀ ਹੈ, ਬਹੁਤ ਥੋੜੇ ਜਿਹੇ ਏਰੀਏ ਵਿੱਚ ਪਰਾਲੀ ਸੜਦੀ ਹੈ। ਤੇ ਜੇ ਦਿੱਲੀ ਸਰਕਾਰ ਇੱਦਾਂ ਦਾ ਇਨੀਸ਼ੀਏਟਿਵ ਲੈ ਕੇ ਤੇ ਆਪਣੇ ਕਿਸਾਨਾਂ ਨੂੰ ਇੱਕ ਸਮਾਧਾਨ, ਇੱਕ ਸੋਲੂਸ਼ਨ ਦੇ ਸਕਦੀ ਹੈ, ਜਿਹਦਾ ਅੱਜ ਕਿਸਾਨ ਧੰਨਵਾਦ ਕਰ ਰਹੇ ਨੇ ਕਿ ਜੇ ਪਰਾਲੀ ਸੜਦੀ ਤਾਂ ਸਭ ਤੋਂ ਪਹਿਲਾਂ ਤੇ ਕਿਸਾਨ ਦੇ ਘਰ ਤੱਕ ਉਹਦਾ ਧੂਆਂ ਜਾਂਦਾ ਹੈ। ਤੇ ਪੰਜਾਬ ਵਿੱਚ ਵੀ ਇੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਸੀ। ਛੇਤੀ ਆਪਾਂ ਇੱਦਾਂ ਦਾ ਵੀ ਕੁਝ ਆਪਾਂ ਤੇ ਬੇਨਤੀ ਕਰਦੇ ਹਾਂ, ਇੱਧਰ ਇੱਕ ਨਿਵੇਦਨ ਕਰਦੇ ਹਾਂ ਬਾਕੀ ਆਲੇ ਦੁਆਲੇ ਦੇ ਸੂਬੇ ਦੀ ਸਰਕਾਰਾਂ ਨੂੰ ਵੀ ਕਿ ਆਪਣੇ ਇਲਾਕਿਆਂ ਵਿੱਚ ਵੀ ਜੋ ਪਰਾਲੀ ਦੀ ਸਮੱਸਿਆ ਹੈ ਉਹਨੂੰ ਸੋਲਵ ਕਰਨ ਵਾਸਤੇ ਇੱਦਾਂ ਦੇ ਉਪਰਾਲੇ ਕਰਨ, ਜੋ ਕਿ ਇੱਦਾਂ ਦੇ ਸਾਇੰਟੀਫਿਕ ਤਰੀਕੇ ਨਾਲ ਪਰਾਲੀ ਦਾ ਜੋ ਘੋਲ ਪਾ ਕੇ ਪਰਾਲੀ ਨੂੰ ਸਾੜਿਆ ਗਿਆ ਉਹਦੇ ਨਾਲ ਉਹਦਾ ਫਰਟਾਈਲ ਵੈਲਿਊ ਵੀ ਵਧੀ ਉਸ ਜ਼ਮੀਨ ਦੀ। ਤੇ ਦੋਵੇਂ ਪਾਸਿਓਂ ਇੱਕ ਤੇ ਕਿਸਾਨਾਂ ਨੂੰ ਡਿਮਾਂਡ ਰਹਿੰਦੀ ਵੀ ਜੋ ਸਟੇਟ ਗਵਰਨਮੈਂਟ ਵੱਲੋਂ ਜੋ ਇਨਸੈਂਟਿਵ ਅਨਾਉਂਸ ਕੀਤੇ ਗਏ ਸੀ ਉਹ ਸਾਨੂੰ ਮਿਲਦੇ ਨਹੀਂ, ਉਹਨਾਂ ਕਰਕੇ ਆਪਾਂ ਪਰਾਲੀ ਨੂੰ ਫੇਰ ਮਜਬੂਰੀ ਸਾੜਨਾ ਪੈਂਦਾ। ਤੇ ਟੋਟਲ ਰਿਸਪੌਂਸਿਬਿਲਟੀ ਸਟੇਟ ਗਵਰਨਮੈਂਟ ਦੀ ਬਣਦੀ ਹੈ ਕਿ ਪਰਾਲੀ ਦੀ ਜੋ ਸਮੱਸਿਆ ਹੈਗੀ ਉਹਦਾ ਸੋਲੂਸ਼ਨ ਕੱਢ ਕੇ ਆਪਣੇ ਲੋਕਾਂ ਨੂੰ ਦੇਵੇ। ਵੇਖੋ ਆਪੋਜੀਸ਼ਨ ਦੀ ਡਿਊਟੀ ਹੁੰਦੀ ਹੈ ਕਿ ਜਿੱਥੇ ਵੀ ਸਰਕਾਰ ਕਮਜ਼ੋਰ ਹੈ, ਜਿੱਥੇ ਵੀ ਸਰਕਾਰ ਦੀ ਕੋਈ ਨਾਕਾਮੀ ਹੈ, ਉਹਦਾ ਚੇਤਾ ਉਹਨੂੰ ਕਰਾਵੇ। ਬਿਲਕੁਲ ਤੁਸੀਂ ਠੀਕ ਕਿਹਾ, ਆਕਸੀਮੀਟਰ ਮੁਹਿੰਮ ਵਿੱਚ ਸਾਡੀ ਆਕਸੀਮੀਟਰ ਕੈਂਪੇਨ ਨੂੰ ਵੇਖ ਕੇ ਮਜਬੂਰਨ ਪੰਜਾਬ ਸਰਕਾਰ ਨੂੰ ਐਲਾਨ ਕਰਨਾ ਪਿਆ, ਭਾਵੇਂ ਸ਼ੁਰੂ ਜਿੰਨੀ ਮਰਜ਼ੀ ਖਿਲਾਫਤ ਕਰਦੇ ਰਹੇ ਕਿ ਜੀ ਇਹ ਤੇ ਐਵੇਂ ਹੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਕਰੋਨਾ ਫੈਲਾ ਰਹੇ ਨੇ, ਪਰ ਅਲਟੀਮੇਟਲੀ ਉਹਨਾਂ ਨੇ ਵੀ ਕਿਹਾ ਜੀ ਅਸੀਂ ਵੀ 50,000 ਕਿੱਟਾਂ ਅਰੇਂਜ ਕਰ ਲਈਆਂ ਤੇ ਆਪਾਂ ਵੀ ਪੰਜਾਬ ਦੇ ਲੋਕਾਂ ਨੂੰ ਦੇਣੀਆਂ ਸ਼ੁਰੂ ਕਰਤੀਆਂ। ਅਸੀਂ ਸੋਚਦੇ ਹਾਂ ਸ਼ਾਇਦ ਸਾਡੀ ਇਸ ਮੁਹਿੰਮ ਤੋਂ ਵੀ ਕੈਪਟਨ ਸਾਹਿਬ ਆਪਣੀ ਨੀਂਦ ਤੋਂ ਜਾਗਣ ਤੇ ਪਰਾਲੀ ਦੀ ਜੋ ਸਮੱਸਿਆ ਹੈਗੀ, ਜੋ ਸਾਰਿਆਂ ਦੀ ਸਾਡੀ ਸਾਂਝੀ ਸਮੱਸਿਆ ਹੈ, ਉਹਦਾ ਕੋਈ ਸਮਾਧਾਨ ਕੱਢਣ ਦੀ ਤੇ ਅਸੀਂ ਤੇ ਆਉਣ ਵਾਲੇ ਟਾਈਮ 'ਚ ਉਹਦਾ ਇਲਾਜ ਕਰਾਂਗੇ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਕੱਲੀ ਪਰਾਲੀ ਪੋਲੂਸ਼ਨ ਵਾਸਤੇ ਜ਼ਿੰਮੇਵਾਰ ਨਹੀਂ ਹੈਗੀ, ਇਹਦੇ ਬਹੁਤ ਸਾਰੇ ਫੈਕਟਰ ਨੇ। ਟਾਈਮ ਟੂ ਟਾਈਮ ਅਲੱਗ-ਅਲੱਗ ਸਰਵੇ ਹੋ ਕੇ, ਰਿਸਰਚ ਹੋ ਕੇ ਰਿਪੋਰਟ ਵੀ ਆਉਂਦੀਆਂ ਨੇ, ਪਰ ਜੋ ਵੀ ਪ੍ਰੋਬਲਮ ਹੈ, ਭਾਵੇਂ ਇੰਡਸਟਰੀਅਲ ਵੇਸਟ ਹੈ, ਭਾਵੇਂ ਵਹੀਕਲਸ ਤੋਂ ਧੂਆਂ ਨਿਕਲਦਾ ਉਹ ਚਾਹੇ ਰੀਜ਼ਨ ਹੈ, ਭਾਵੇਂ ਪਰਾਲੀ ਹੈ,
ਸਰਕਾਰਾਂ ਨੂੰ ਇਹਦੇ ਸਮਾਧਾਨ ਤੇ ਕੰਮ ਕਰਨਾ ਚਾਹੀਦਾ। ਦਿੱਲੀ ਵਿੱਚ ਆਪਾਂ ਐਪ ਲਾਂਚ ਕੀਤੀ ਹੈ, ਦਿੱਲੀ ਵਿੱਚ ਆਪਾਂ ਪਰਾਲੀ ਵਾਸਤੇ ਵੀ ਉਹਦਾ ਸਮਾਧਾਨ ਕੱਢਿਆ ਤੇ ਹਰ ਤਰੀਕੇ ਨਾਲ ਜੇ ਦਿੱਲੀ ਸਰਕਾਰ ਕਰ ਸਕਦੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ ਕਰ। ਐਨਜੀਟੀ ਵੱਲੋਂ ਸੁਪਰੀਮ ਕੋਰਟ ਵੱਲੋਂ ਆਦੇਸ਼ ਪਾਸ ਕੀਤੇ ਗਏ ਨੇ ਤੇ ਸਾਰੇ ਸੂਬਿਆਂ ਨੂੰ ਪੋਲੂਸ਼ਨ ਰੋਕਿਆ ਜਾਵੇ, ਇਹਦੇ ਤੇ ਕੰਮ ਕਰਨ ਨੂੰ ਕਿਹਾ ਗਿਆ, ਜਿਹਦੇ ਚੱਲਦੇ ਮੈਂ ਤੁਹਾਡੇ ਸਵਾਲ ਦਾ ਹੀ ਜਵਾਬ ਦਿੱਤਾ ਸੀ। ਅੱਜ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਗ੍ਰੀਨ ਐਪ ਲਾਂਚ ਕੀਤੀ ਗਈ ਹੈ। ਹੋਰ ਸੂਬਿਆਂ ਨੂੰ ਵੀ ਕੀ ਕਾਰਨ ਨੇ, ਹਰ ਸੂਬੇ ਵਿੱਚ ਵੱਖ-ਵੱਖ ਕਾਰਨ ਹੋ ਸਕਦੇ ਨੇ ਪੋਲੂਸ਼ਨ ਦੇ, ਉਹ ਸਾਰੇ ਕਾਰਨਾਂ ਉੱਤੇ ਕਿੱਦਾਂ ਠੱਲ ਪਾਈ ਜਾ ਸਕੇ ਉਹ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਉਹਦੇ ਚੱਲਦੇ ਹੀ ਅੱਜ ਦਿੱਲੀ ਵਿੱਚ ਗ੍ਰੀਨ ਐਪ ਲਾਂਚ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਨੂੰ ਵੀ ਬੜੀ ਸਰਗਰਮੀ ਨਾਲ, ਕਿਉਂਕਿ ਸਿਹਤ ਤੋਂ ਜ਼ਰੂਰੀ ਚੀਜ਼ ਕੋਈ ਨਹੀਂ, ਸਿਹਤ ਬਹੁਤ ਇੰਪੋਰਟੈਂਟ ਲਾਈਫ ਦਾ ਪਾਰਟ ਹੈ ਤੇ ਉਹਦੇ ਚੱਲਦੇ ਇਹਦੇ ਤੇ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ। ਬਿਲਕੁਲ, ਜਿਹੜੇ ਗ੍ਰਾਮ ਸਭਾ ਦੇ ਮਤੇ ਨੇ ਲੌਜੀਕਲ ਨੇ ਤੇ ਜੇ ਗ੍ਰਾਮ ਸਭਾ ਡਿਸਾਈਡ ਕਰ ਲਵੇ ਕਿ ਅਸੀਂ ਆਪਣੇ ਪਿੰਡਾਂ ਦੀ ਜ਼ਮੀਨ ਕਿਸੇ ਪ੍ਰਾਈਵੇਟ ਇੰਡਸਟਰੀ ਨੂੰ, ਪ੍ਰਾਈਵੇਟ ਪਲੇਅਰ ਨੂੰ ਵਰਤਨ ਨਹੀਂ ਦੇਣੀ ਤੇ ਇਹਦਾ ਇਫੈਕਟਿਵ ਸੋਲੂਸ਼ਨ ਨਿਕਲ ਸਕਦਾ, ਪਰ ਇਹ ਇੱਕ ਸਪੋਰਟਿਵ ਕੈਂਪੇਨ ਤੇ ਹੋ ਸਕਦੀ ਹੈ। ਅਲਟੀਮੇਟਲੀ ਹਾਲ ਤੇ ਜੋ ਆਰਡੀਨੈਂਸ ਕੇਂਦਰ ਵੱਲੋਂ ਪਾਸ ਕੀਤਾ ਗਿਆ ਉਹਦੇ 'ਚ ਹੀ ਸੰਸ਼ੋਧਨ ਕਰਕੇ ਉਹਨੂੰ ਖਾਰਜ ਕਰਕੇ ਨਿਕਲ ਸਕਦਾ।